ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ, ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੂ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮੰਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵੱਡੇ ਭਾਗਾਂ ਵਾਲਿਓ। ਅੱਜ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ, ਨਿੱਘ ਮਾਣ ਰਹੇ ਹੋ। ਸਤ ਸੰਗੀ ਜਨੋ, ਅੱਜ ਸੰਗਰਾਂਦ ਕੱਤਕ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਸਤ ਸੰਗੀ ਜਨੋ, ਕੱਤਕ ਤੇ ਪੋਹ ਦਾ ਮਹੀਨਾ ਲੋਕਾਂ ਦੇ ਲਈ ਮਾੜਾ ਸਮਝਿਆ ਜਾਂਦਾ ਹੈ। ਇਹਨਾਂ ਦੋਹਾਂ ਮਹੀਨਿਆਂ ਦੇ ਵਿੱਚ ਕਿਸੇ ਦੇ ਘਰ ਪੁੱਤਰ ਪੈਦਾ ਹੋਵੇ ਤਾਂ ਚੰਗਾ ਨਹੀਂ ਸਮਝਦੇ। ਇਹਨਾਂ ਦੋਹਾਂ ਮਹੀਨਿਆਂ ਨੂੰ ਭਾਗ ਲਾਉਣ ਵਾਸਤੇ ਲੋਕਾਂ ਦੇ ਵਿੱਚ ਭਰਮ ਨੂੰ ਮਿਟਾਉਣ ਦੇ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਧਾਰਿਆ। ਪੋਹ ਦਾ 10ਵਾਂ ਸਰੂਪ ਪੋਹ ਦੇ ਵਿੱਚ 10ਵਾਂ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ। ਇਸ ਲਈ ਇਹ ਦੋਵੇਂ ਮਹੀਨੇ ਧਨਤਾ ਦੇ ਯੋਗ ਹਨ, ਕਿਉਂਕਿ ਆਪ ਦਾ ਤਾਂ ਇਹ ਸੱਤੇ ਸੁਧ ਹੀ ਬਿਰਦ ਹੈ। ਜਾਂ ਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੂੰ ਢਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਗਰੀਬ ਨਵਾਜ ਨੇ ਇਸ ਮਹੀਨੇ ਨੂੰ ਮਾੜੇ ਤੋਂ ਵੀ ਚੰਗਾ ਬਣਾਇਆ ਹੈ। ਅੱਜ ਆਪਾਂ ਉਸ ਕੱਤਕ ਮਹੀਨੇ ਦੇ ਵਿੱਚ ਗੁਰੂ ਨਾਨਕ ਦੀ 5ਵੀਂ ਜੋਤ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12ਵਾਂ ਬਾਣੀ ਦੇ ਅੰਦਰ ਮਾਝ ਰਾਗ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ 133 ਦੇ ਉੱਪਰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਕੀ ਹੁਕਮ ਹੈ ਸਾਡੇ ਵਾਸਤੇ। ਜੋ ਉਪਦੇਸ਼, ਜੋ ਹੁਕਮ 12 ਮਾਹ ਦੇ ਅੰਦਰ ਪੰਜਵੇਂ ਗੁਰੂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਦੇ ਨਾਲ, ਸਾਂਝ ਦੇ ਨਾਲ ਆਪਾਂ ਜੁੜਨ ਦਾ ਯਤਨ ਕਰਾਂਗੇ। ਸਤ ਸੰਗੀ ਜਨੋ, ਇਹ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਨੇ। ਆਪ ਗੁਰਬਾਣੀ ਨੂੰ ਸਰਵਣ ਕਰ ਰਹੇ ਹੋ। ਮਹੀਨੇ ਦਾ ਅੱਜ ਪਹਿਲਾ ਦਿਨ ਹੈ, ਨਵੇਂ ਮਹੀਨੇ ਦੀ ਸ਼ੁਰੂਆਤ ਹੋਣ ਲੱਗੀ ਹੈ, ਜਿੱਥੇ ਆਪ ਆਪਣੇ ਇਸ ਪੂਰੇ ਮਹੀਨੇ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਗੁਰੂ ਹੁਕਮ ਦੇ ਨਾਲ, ਗੁਰੂ ਉਪਦੇਸ਼ ਦੇ ਨਾਲ, ਗੁਰਬਾਣੀ ਦੇ ਅਨੁਸਾਰ ਜੀਵਨ ਜਾਂਚ ਜਿਉਣ ਦਾ ਢੰਗ ਸਿੱਖ ਰਹੇ ਹੋ, ਸਰਵਣ ਕਰ ਰਹੇ ਹੋ, ਗੁਰਮਤਿ ਦੇ ਧਾਰਨੀ ਹੋ ਰਹੇ ਹੋ। ਉੱਥੇ ਆਪ ਸਮੂਹ ਸੰਗਤ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਪਰਿਵਾਰਕ ਮੈਂਬਰਾਂ ਨਾਲ, ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਦੋਸਤਾਂ ਦੇ ਨਾਲ ਇਸ ਵੀਡੀਓ ਨੂੰ ਸਾਂਝਾ ਕਰੋ, ਸ਼ੇਅਰ ਕਰੋ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਸੰਗਤ ਗੁਰਬਾਣੀ ਦੇ ਨਾਲ, ਕਥਾ ਵਿਚਾਰ ਦੇ ਨਾਲ ਜੁੜ ਸਕੇ, ਲਾਹਾ ਪ੍ਰਾਪਤ ਕਰ ਸਕੇ, ਜੀਵਨ ਨੂੰ ਸਫਲ ਕਰ ਸਕੇ ਔਰ ਸਤ ਸੰਗ ਦੀਆਂ ਘੜੀਆਂ ਦਾ ਆਨੰਦ ਮਾਣ ਸਕੇ। ਅਰਦਾਸ ਕਰੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਕਿਰਪਾ ਰਹਿਮਤ ਬਖਸ਼ਿਸ਼ ਕਰੋ। ਦਾਸਰਿਆਂ ਦੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵਿੱਚ ਵਰਤ ਕੇ ਆਪ ਆਪਣੀ ਅਗਾਧ ਬੋਧ ਬਾਣੀ ਦਾ ਜਾਪ ਅਤੇ ਵਿਖਿਆਨ ਦੀ ਸੇਵਾ ਸੇਵਕਾਂ ਤੋਂ ਲੈ ਲੈਣੀ। ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਕਥਾ ਵਿਚਾਰ ਕਰਨ ਦੀ ਬਲ ਬੁੱਧੀ ਉਦਮ ਚਾਓ ਸਮਰੱਥਾ ਬਖਸ਼ਿਸ਼ ਕਰਨੀ। ਸਾਧ ਸੰਗਤ ਜੀ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਉਚਾਰਨ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕਤਕ ਦੀ ਠੰਡੀ ਬਹਾਰ ਦੇ ਵਿੱਚ ਕਾਹੂ ਜੋਗ ਕਿਸੇ ਦੇ ਜਿੰਮੇ ਕਿਸੇ ਦੇ ਮੱਥੇ। ਕਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜੇ ਪ੍ਰਭੂ ਪਤੀ ਨਾਲੋਂ ਵਿਛੋੜਾ ਰਹੇ ਤਾਂ ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ। ਕਿਸੇ ਹੋਰ ਦੇ ਮੱਥੇ ਦਾ ਕੋਈ ਦੋਸ਼ ਲਾਇਆ ਨਹੀਂ ਜਾ ਸਕਦਾ। ਕਤਕ ਦੀ ਸੁਹਾਵਣੀ ਰੁੱਤ ਵਿੱਚ ਜੇ ਪ੍ਰਭੂ ਪਤੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵਿਛੋੜਾ ਰਹੇ ਤਾਂ ਸਾਧ ਸੰਗਤ ਜੀ ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ। ਕਿਸੇ ਹੋਰ ਦੇ ਮੱਥੇ ਤੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ। ਕੱਤਕ ਦੇ ਮਹੀਨੇ ਦੁਆਰਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਥਨ ਕਰਦੇ ਨੇ ਕਿ ਭਾਈ ਜੀਵ ਜਿਸ ਤਰ੍ਹਾਂ ਦੇ ਕਰਮ ਕਮਾਉਂਦੇ ਹਨ ਉਸੇ ਤਰ੍ਹਾਂ ਦਾ ਫਲ ਭੋਗਦੇ ਹਨ। ਕਿਸੇ ਦੂਜੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ। ਵਿਦਵਾਨਾਂ ਨੇ ਦੋ ਪ੍ਰਕਾਰ ਦੇ ਕਰਮ ਸਾਧ ਸੰਗਤ ਜੀ ਲਿਖੇ ਹਨ। ਪਹਿਲਾ ਏ ਵਿਹਤ ਕਰਮ, ਦੂਜਾ ਏ ਨਿਤ ਕਰਮ। ਉਹ ਕਰਮ ਜਿਸ ਦੇ ਕਰਨ ਦੀ ਗੁਰੂ ਅਤੇ ਸ਼ਾਸਤਰ ਨੇ ਆਗਿਆ ਦਿੱਤੀ ਹੈ ਉਹ ਹੈ ਵਿਹਤ ਕਰਮ, ਭਾਵ ਚੰਗਾ ਕਰਮ, ਸ਼ੁਭ ਕਰਮ। ਇਹ ਕਰਮ ਅੱਗੋਂ 5 ਪ੍ਰਕਾਰ ਦੇ ਹੁੰਦੇ ਨੇ। ਜਿਹੜੇ ਵਿਹਿਤ ਕਰਮ ਨੇ ਇਹਦੇ ਅੱਗੇ 5 ਪ੍ਰਕਾਰ ਨੇ, ਤੇ ਜਿਹੜੇ ਅਵਿਹਿਤ ਕਰਮ ਨੇ ਸਾਧ ਸੰਗਤ ਜੀ ਉਹ ਕਰਮ ਜਿਸ ਦੇ ਕਰਨ ਦੀ ਗੁਰੂ ਨੇ ਸ਼ਾਸਤਰਾਂ ਨੇ ਮਨਾਹੀ ਕੀਤੀ, ਭਾਵ ਜਿਹੜੇ ਅਸ਼ੁਭ ਕਰਮ ਹਨ ਜਿਸ ਦੇ ਵਿੱਚ 4 ਕੁਰੈਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਅਧੀਨ ਕੀਤੇ ਕਰਮ ਅਸ਼ੁਭ ਹਨ। ਚੁਗਲੀ, ਈਰਖਾ, ਦਵੈਸ਼, ਆਸਾ, ਤ੍ਰਿਸ਼ਨਾ ਆਦਿ ਜਿੰਨੇ ਵੀ ਅਵਗਣ ਹਨ ਸਾਰੇ ਹੀ ਅਵਿਹਤ ਕਰਮ ਨੇ। ਜਿਹੜੇ ਸਾਧ ਸੰਗਤ ਜੀ ਸ਼ੁਭ ਕਰਮ ਨੇ, ਵਿਹਿਤ ਕਰਮ ਨੇ, ਉਹਨਾਂ ਦੇ ਜਿਹੜੇ ਅਗਲੇ 5 ਪ੍ਰਕਾਰ ਨੇ ਉਹਨਾਂ ਦੇ ਵਿੱਚ ਹੈ ਨਿਤ ਕਰਮ ਤੇ ਨਮਿਤ ਕਰਮ, ਸਕਾਮ ਕਰਮ, ਨਿਸ਼ਕਾਮ ਕਰਮ ਤੇ ਪ੍ਰਾਸ਼ਚਿਤ ਕਰਮ। ਹੁਣ ਇਹਨਾਂ 5 ਦੀ ਆਪਾਂ ਵਿਚਾਰ ਕਰਦੇ ਹਾਂ। ਸ਼ੁਭ ਕਰਮ ਜਿਹੜਾ ਹੈ ਉਸ ਦੇ ਵਿਚਲਾ ਜਿਹੜਾ ਨਿਤ ਕਰਮ ਸਾਧ ਸੰਗਤ ਜੀ ਉਹ ਸ਼ੁਭ ਕਰਮ ਜੋ ਹਰ ਰੋਜ਼ ਕੀਤਾ ਜਾਵੇ, ਜਿਹੜਾ ਹਰ ਰੋਜ਼ ਕੀਤਾ ਜਾਵੇ। ਮਹਾਰਾਜ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਧਿਆਵੈ। ਉਦਮ ਕਰੈ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਉਪਦੇਸ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇਹ ਆ ਨਿਤ ਕਰਮ ਜਿਹੜਾ ਰੋਜ਼ਾਨਾ ਅਸੀਂ ਕਰਨਾ, ਜੋ ਸਾਡੇ ਲਈ ਉਪਦੇਸ਼ ਹੈ, ਗੁਰੂ ਦਾ ਹੁਕਮ ਹੈ। ਨਾਮਿਤ ਕਰਮ ਕਿਹੜਾ ਹੈ ਜੀ? ਉਹ ਸ਼ੁਭ ਕਰਮ ਜੋ ਕਿਸੇ ਗੁਰਪੁਰਬ ਜਾਂ ਕਿਸੇ ਖਾਸ ਸਮੇਂ ਤੇ ਕਿਸੇ ਖਾਸ ਕਾਰਨ ਨੂੰ ਲੈ ਕੇ ਕੀਤਾ ਜਾਵੇ। ਮਹਾਰਾਜ ਕਹਿੰਦੇ ਕੁਰਬਾਨੀ ਤਿੰਨਾਂ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਈ ਗੁਰਦਾਸ ਜੀ ਦੀ ਵਾਰ ਦੇ ਵਿੱਚ ਇਹ ਪੌੜੀ ਹੈ, 12ਵੀਂ ਪੌੜੀ ਹੈ, 12ਵੀਂ ਵਾਰ ਦੀ ਦੂਜੀ ਪੌੜੀ ਹੈ। ਤੇ ਸਕਾਮ ਕਰਮ ਨੇ ਜਿਹੜੇ ਕਰਮ ਕਿਸੇ ਕਾਮਨਾ ਨੂੰ ਲੈ ਕੇ ਕੀਤੇ ਜਾਣ, ਜਿਵੇਂ ਸਾਧ ਸੰਗਤ ਜੀ ਸ੍ਰੀ ਅਖੰਡ ਪਾਠ ਸਾਹਿਬ, ਸਹਿਜ ਪਾਠ, ਸੁਖਮਨੀ ਸਾਹਿਬ ਜੀ ਦਾ ਪਾਠ, ਕੀਰਤਨ ਕਰਵਾਉਣਾ, ਲੰਗਰ, ਜਾਪ, ਪੁੰਨ ਦਾਨ, ਇਹ ਨੇ ਸਕਾਮ ਕਰਮ। ਤੇ ਜਿਹੜੇ ਨਿਸ਼ਕਾਮ ਕਰਮ ਨੇ ਗੁਰੂ ਜਾਂ ਪ੍ਰਮਾਤਮਾ ਦੀ ਪ੍ਰਸੰਨਤਾ ਲਈ ਕੀਤੇ ਕਰਮਾਂ ਨੂੰ ਕਿਹਾ ਜਾਂਦਾ ਹੈ ਨਿਸ਼ਕਾਮ ਕਰਮ। ਸੇਵਾ ਕਰਤ ਹੋਤ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ।
ਪ੍ਰਾਸ਼ਚਿਤ ਕਰਮ ਨੇ ਸਾਧ ਸੰਗਤ ਜੀ ਆਪਣੀ ਕੀਤੀ ਭੁੱਲ ਜਾਂ ਕੁਰਹਿਤ ਦੀ ਮਾਫੀ ਹਿੱਤ ਲੱਗੀ ਤਨਖਾਹ ਜਾਂ ਕੀਤੇ ਪਾਪਾਂ ਦੀ ਨਿਵਰਤੀ ਲਈ ਪੁੰਨ ਪਾਠ ਕਰਨਾ। ਇਹ ਪ੍ਰਾਸ਼ਚਿਤ ਕਰਮ ਨੇ ਸਾਧ ਸੰਗਤ ਜੀ। ਜਦੋਂ ਮਨੁੱਖ ਕੋਈ ਭੁੱਲ ਗਲਤੀ ਕੁਰਹਿਤ ਕਰ ਲੈਂਦਾ ਹੈ, ਉਹਦੀ ਮਾਫੀ ਹਿੱਤ ਲੱਗੀ ਤਨਖਾਹ ਜਾਂ ਕੀਤੇ ਪਾਪਾਂ ਦੀ ਨਿਵਰਤੀ ਲਈ ਪੁੰਨ ਪਾਠ ਕਰਨਾ। ਸਾਧ ਸੰਗਤ ਜੀ, ਇੱਕ ਨਾ ਸਾਖੀ ਆਉਂਦੀ ਆ ਦਬਿਓ ਦਾਸ ਦੀ ਲੜਕੀ ਦੀ। ਦਬਿਓ ਦਾਸ ਇੱਕ ਰਾਜਾ ਸੀ ਤੇ ਇੱਕ ਉਸ ਦੀ ਬਾਲੀ ਨਾਂ ਦੀ ਲੜਕੀ ਸੀ। ਇਸ ਦੇ ਲਾਵਾਂ ਸਮੇਂ 21 ਪਤੀ ਮਰੇ ਸਨ। ਭਾਵ ਜਦੋਂ ਰਾਜਾ ਇਸ ਦਾ ਵਿਆਹ ਕਰਨ ਦੀ ਯੋਜਨਾ ਬਣਾਉਂਦਾ ਸੀ, ਵਿਆਹ ਰੱਖਿਆ ਜਾਂਦਾ ਸੀ, ਲਾਵਾਂ ਹੁੰਦੀਆਂ ਸੀ ਤਾਂ ਇਸ ਦੇ ਪਤੀ ਮਰ ਜਾਂਦੇ ਸਨ। ਇਸ ਤਰ੍ਹਾਂ ਕਰ ਕਰਕੇ ਸਾਧ ਸੰਗਤ ਜੀ 21 ਪਤੀ ਮਰ ਗਏ। ਪਤੀ ਇਸ ਦੇ ਮਰ ਗਏ ਤੇ ਜੰਗਲ ਦੇ ਵਿੱਚ ਰੂੰਦੀ ਨੂੰ ਵੇਖ ਕੇ ਤੋਤੀ ਤੋਤੇ ਨੇ, ਜਿਨ੍ਹਾਂ ਨੂੰ ਪਿਛਲੇ ਜਨਮ ਦੀ ਗਿਆਤਾ ਸੀ ਪਰ ਕਿਸੇ ਪਾਪ ਕਰਕੇ ਇਹਨਾਂ ਨੂੰ ਜਨਮ ਮਿਲਿਆ ਸੀ, ਕਿਹਾ ਕਿ ਇਹ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਦੀ ਲੜਕੀ ਸੀ। ਇਸ ਦੇ ਪਿਤਾ ਨੇ ਆਪਣੀ ਇੱਕ ਵਿਦਿਆਰਥੀ ਦੇ ਨਾਲ ਇਸ ਦੀ ਸ਼ਾਦੀ ਕਰ ਦਿੱਤੀ। ਜਦੋਂ ਇਸ ਦਾ ਪਿਤਾ ਮਰ ਗਿਆ ਤਾਂ ਇਹ ਵਿਭਚਾਰਨ ਮਰ ਗਈ, ਪਤੀ ਨੂੰ ਘਰੋਂ ਕੱਢ ਦਿੱਤਾ। ਹੋਰਨਾਂ ਨੂੰ ਖੋਟੀ ਸਿੱਖਿਆ ਦੇ ਕੇ ਵਿਭਚਾਰ ਕਰਾਉਂਦੀ ਰਹੀ। ਇਸ ਤਰ੍ਹਾਂ ਕਈ ਸਤੀਆਂ ਨੂੰ ਆਪਣੇ ਪਤੀਆਂ ਨਾਲੋਂ ਵਿਛੋੜਿਆ। ਤਾਂ ਹੁਣ ਇਸ ਜਨਮ ਵਿੱਚ ਪਿਛਲੇ ਕੀਤੇ ਹੋਏ ਪਾਪਾਂ ਕਰਕੇ ਇਸ ਦਾ ਕੋਈ ਵੀ ਪਤੀ ਬਚਦਾ ਨਹੀਂ। ਪਿਛਲੇ ਕੀਤੇ ਕਰਮਾਂ ਦਾ ਸਾਧ ਸੰਗਤ ਜੀ ਹਿਸਾਬ ਕਿਤਾਬ ਲੇਖਾ ਜੋਖਾ ਹੁੰਦਾ ਹੀ ਹੁੰਦਾ ਹੈ। ਦੁੱਖ ਤੇ ਸੁੱਖ ਇਹ ਪਿਛਲੇ ਕਰਮਾਂ ਦਾ ਸੰਜੋਗ ਹੁੰਦੇ ਨੇ। ਮਹਾਰਾਜ ਕਹਿੰਦੇ ਨੇ, ਸੁੱਖ ਦੁੱਖ ਪੂਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ। ਕਿਸ ਕੋ ਦੋਸ ਦੇਹ ਤੂੰ ਪ੍ਰਾਣੀ, ਸਹੁ ਆਪਣਾ ਕੀਆ ਕਰਾਰਾ ਹੈ। ਧ੍ਰਿਤਰਾਸ਼ਟਰ ਨੇ ਪਿਛਲੇ ਜਨਮ ਦੇ ਵਿੱਚ ਹੰਸਾਂ ਦਾ 100 ਬੱਚਾ ਮਾਰ ਕੇ ਖਾਧਾ ਸੀ, ਜਿਸ ਕਰਕੇ ਉਸ ਪਾਪ ਕਰਕੇ ਉਸ ਦਾ 100 ਪੁੱਤ ਜੰਗ ਦੇ ਵਿੱਚ ਮਰੇ ਸਨ। ਤੇ ਪਿਛਲੇ 106ਵੇਂ ਜਨਮ ਵਿੱਚ ਉਸਨੇ ਛੋਟੀ ਅਵਸਥਾ ਦੇ ਵਿੱਚ ਟਿੱਡੇ ਦੀਆਂ ਅੱਖਾਂ ਕੱਢ ਲਈਆਂ ਸੀ, ਜਿਸ ਕਰਕੇ ਅੰਨਾ ਜਨਮਿਆ ਸੀ। ਇਸ ਲਈ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਸਾਧ ਸੰਗਤ ਜੀ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਆਵਰ ਜਨਾ। ਆਪਾਂ ਨੂੰ ਚਾਹੀਦਾ ਹੈ ਕਿ ਮਾੜੇ ਕੀਤੇ ਹੋਏ ਕਰਮਾਂ ਨੂੰ ਬਖਸ਼ਾਉਣ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਮਨ, ਬਾਣੀ, ਸਰੀਰ ਕਰਕੇ ਨਿਮਰਤਾ ਸਹਿਤ ਬੇਨਤੀ ਕਰੀਏ, ਅਰਦਾਸ ਕਰੀਏ, ਜੋਤੜੀ ਕਰੀਏ। ਜਿਸ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਨੀਚਾਂ ਤੋਂ ਊਚ ਕੀਤਾ ਏ। ਸਤ ਸੰਗੀ ਜਨੋ, ਸਾਡੇ ਤੋਂ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਸਾਨੂੰ ਅਕਾਲ ਪੁਰਖ ਦੇ ਲੜ ਲਾਇਆ। ਇਸ ਲਈ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਦੇਹਧਾਰੀ ਪਖੰਡੀ ਨੂੰ ਗੁਰੂ ਮੰਨਾਂਗੇ, ਜਾਂ ਦੇਵੀ ਦੇਵਤਿਆਂ ਨੂੰ ਗੁੱਗਾ, ਮੜੀ, ਮਸਾਣੀ, ਢੋਲ ਢਮੱਕਾ, ਸਰਵਰ ਦਾ, ਕਾਲੀ, ਕਲਕੱਤੇ ਵਾਲੀ ਆਦਿਕ ਦਾ ਨੂੰ ਮੰਨਾਂਗੇ, ਤਾਂ ਆਪਣੇ ਗੁਰੂ ਪਿਤਾ ਜੀ ਦੇ ਹੁਕਮ ਤੋਂ ਉਲਟ ਹੋਵਾਂਗੇ। ਮਹਾਰਾਜ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾ ਆਨੇ। ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ। 10ਵੇਂ ਗ੍ਰੰਥ ਦੇ ਵਿੱਚ ਸ਼ਬਦ ਹੈ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਆਜੋਨ ਅਜੈ ਅਬਨਾਸੀ, ਤਿਹ ਪਰਮੇਸ਼ਰ ਜਾਨੋ। ਪਰ ਅਸੀਂ ਕਿਤਨੇ ਕੁਕਰਮੀ ਹਾਂ, ਅਕਿਰਤ ਘਨ ਹਾਂ, ਜੋ ਪ੍ਰਮਾਤਮਾ ਨੂੰ ਭੁਲਾਈ ਬੈਠੇ ਹਾਂ। ਤਾਂ ਹੀ ਤਾਂ ਸਾਧ ਸੰਗਤ ਜੀ, ਕੱਤਕ ਮਹੀਨੇ ਦੇ ਅੰਦਰ ਦੂਸਰੀ ਪੰਕਤੀ ਦੇ ਅੰਦਰ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵਿਆਪਣ ਤੋਂ ਭਾਵ ਜ਼ੋਰ ਪਾ ਲੈਂਦੇ ਹਨ।
ਪਰਮੇਸ਼ਰ ਦੀ ਯਾਦ ਤੋਂ ਖੁੰਝਿਆਂ ਦੁਨੀਆ ਦੇ ਸਾਰੇ ਦੁੱਖ ਕਲੇਸ਼ ਜ਼ੋਰ ਪਾ ਲੈਂਦੇ ਹਨ। ਜਦੋਂ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਜਾਂਦਾ ਹੈ, ਪਰਮੇਸ਼ਰ ਤੋਂ ਭੁੱਲਣ ਕਰਕੇ ਜੀਵ ਨੂੰ ਸਾਰੇ ਰੋਗ ਆ ਵਿਆਪਦੇ ਨੇ। ਸਾਡੇ ਅੰਦਰ ਅਗਿਆਨ ਹੋਣ ਕਰਕੇ ਹੰਗਤਾ ਬੁੱਧੀ, ਅੰਤਰ ਅਗਿਆਨ ਹਉ ਬੁੱਧ ਹੈ, ਸੱਚ ਸ਼ਬਦ ਮਲ ਖੋਹ। ਹੰਗਤਾ ਤੋਂ ਰਾਗ ਦਵੈਖ ਪੈਦਾ ਹੁੰਦੇ, ਜਿਸ ਨਾਲ ਕਰਕੇ ਫਿਰ ਸਾਨੂੰ ਰੋਗ ਲੱਗ ਜਾਂਦੇ ਨੇ, ਜੋ ਕਈ ਪ੍ਰਕਾਰ ਦੇ ਨੇ। ਆਦਿ ਵਿਆਧੀ ਉਪਾਧੀ ਹਉਮੈ ਦੀਰਘ ਰੋਗ ਹੈ। ਸਾਧ ਸੰਗਤ ਜੀ, ਜਿਹੜੇ ਪਰਮੇਸ਼ਰ ਦੀ ਯਾਦ ਤੋਂ ਖੁੰਝੇ ਹਨ, ਦੁਨੀਆ ਦੇ ਸਾਰੇ ਦੁੱਖ ਕਲੇਸ਼ ਉਹਨਾਂ ਤੇ ਜ਼ੋਰ ਪਾ ਲੈਂਦੇ। ਮਹਾਰਾਜ ਕਹਿੰਦੇ ਵੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ। ਜਿਹੜੇ RAM ਤੋਂ ਵੇਮੁਖ ਹੋ ਗਏ, ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਜਿਹੜੇ ਪੁਰਸ਼ RAM ਤੋਂ ਬੇਮੁਖ ਹੋਏ ਹਨ, ਉਸ ਦਾ ਸਿਮਰਨ ਨਹੀਂ ਕਰਦੇ, ਹੋਰਨਾਂ ਨੂੰ ਸੇਵਦੇ ਹਨ, ਉਹਨਾਂ ਨੂੰ ਜਨਮਾਂ ਮਰਨਾਂ ਦੇ ਵਿਯੋਗ ਦੁੱਖ ਲੱਗ ਜਾਂਦੇ ਨੇ। ਜਨਮਾਂ ਜਨਮਾਂ ਦਾ ਵਿਛੋੜਾ ਉਹਨਾਂ ਨੂੰ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਹਰ ਪਦ ਬਿਖਮ ਤਿਨਾ ਨਹਿ ਬਿਸਰਾਮ, ਆਵਾ ਗੌਨ ਬਹੁ ਜੂਨ ਭਰਾਮ। 84 ਲੱਖ ਜੂਨਾਂ ਭੋਗ ਕੇ ਫਿਰ ਕਿਤੇ ਮਨੁੱਖਾ ਜਨਮ ਮਿਲਦਾ ਹੈ। ਅਸੀਂ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਐਵੇਂ ਨਹੀਂ ਆ ਗਏ, ਪਹਿਲਾਂ 84 ਦਾ ਗੇੜ ਕੱਟਿਆ, ਉਸ ਤੋਂ ਬਾਅਦ ਇਹ ਮਨੁੱਖਾ ਦੇਹੀ ਮਿਲੀ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ ਚ੍ਰਿੰਕਾਲ। ਇਹ ਦੇਹ ਸੰਜਰੀਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਿਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੌਨ ਪਰਮਾਇਆ। ਮਹਾਰਾਜ ਕਹਿੰਦੇ ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੈ ਦਰਗਹ ਪ੍ਰਵਾਨ। ਜਿਨ੍ਹਾਂ ਨੇ ਵੇਮੁਖ ਹੋ ਗਏ ਨੇ, ਜਿਹੜੇ RAM ਤੋਂ ਇਸ ਜਨਮ ਦੇ ਵਿੱਚ, ਉਹਨਾਂ ਨੂੰ ਲੰਮਾ ਵਿਛੋੜਾ ਪੈ ਜਾਂਦਾ। ਤੇ ਮਹਾਰਾਜ ਅਗਲੀ ਪੰਕਤੀ ਚੋਂ ਕਹਿੰਦੇ ਨੇ ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿਤਨੇ ਕੁ ਮਾਇਆ ਦੇ ਭੋਗ ਪਦਾਰਥ ਮਿੱਠੇ ਲੱਗ ਰਹੇ ਹਨ, ਉਹ ਸਾਰੇ ਦੇ ਸਾਰੇ ਇੱਕ ਖਿਨ ਵਿੱਚ ਕੌੜੇ ਦੁਖਦਾਈ ਹੋ ਗਏ। ਜਿਹੜੀਆਂ ਮਾਇਆ ਦੀਆਂ ਮੌਜਾਂ ਦੀ ਖਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਇੱਕ ਪਲ ਦੇ ਵਿੱਚ ਸਾਧ ਸੰਗਤ ਜੀ ਦੁਖਦਾਈ ਹੋ ਗਈਆਂ। ਮਾਇਆ ਦੀਆਂ ਮੌਜਾਂ ਦੇ ਖਾਤਰ ਪਰਮਾਤਮਾ ਨੂੰ ਭੁਲਾ ਦਿੱਤਾ ਸੀ। ਉਹ ਇੱਕ ਖਿਣ ਦੇ ਵਿੱਚ, ਇੱਕ ਪਲ ਦੇ ਵਿੱਚ ਕੌੜੇ ਭਾਵ ਦੁਖਦਾਈ ਹੋ ਗਏ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ
वेदन कहिए किस, मिठा करके खाया प्यारे तिन तन कीता रोग। कौड़ा होए पत सटिया प्यारे तिस ते उपजया सोग। जे 100 वरिया मिठा खाजै भी फिर कौड़ा खाए मिठा खाधा चित ना आवे। कौड़तन धाए जाए। जिन्ने भी माया दे भोग पदार्थ मिठे लग रहे ने वो एक पल दे विच दुखदाई हो जाते हैं। विच ना कोई कर सकै किस थै रोव है रोज विच विचोलापन। किस थै होर किस कोल रोज नित हर रोज उस दुखी हालत विच। किसे पास भी नित रोने रोण दा कोई लाभ नहीं हुंदा। दुखी हालत दे विच किसे कोल भी नित दे रोने रोण दा कोई लाभ नहीं हुंदा, क्योंकि दुख तां विछोड़े दे कारण है ते विछोड़े नूं दूर करन लई कोई विचोलापन नहीं कर सकदा। इस जीव दी विचोलगी वकीली सिफारिश कोई नहीं कर सकता। किस दे अगे जाके रोज रोना करे, दसो फिर सतगुरां तो बिना विचोला बन के केड़ा जमा तो छुड़ावेगा। इसे वास्ते सतगुरां नूं विचोला बनाओ। अमृत छक के सिंह सजो ते मुखो इउं कहो, घोल कमाई तिस मित्र विचोले जै मिल कंत पछाणा। घोल कमाई तिस मित्र विचोले जै मिल कंत पछाणा। जे कोई सतगुरु श्री गुरु ग्रंथ साहिब जी तो बिना किसे होर देवी देवते या बंदे नूं विचोला बनावेगा तो उसते पिछों पश्चाताप करन ते रोण तो बिना कुछ हथ नहीं आउणा। क्योंकि महाराज कहंदे दुनिया ना सलाहे जो मर वंजसी, लोका ना सलाहे जो मर खाक थी। रहु विचार अगली पंक्ति दे अंदर महाराज कहंदे कीता किशु ना होवई। कीता किशु ना होवी, जीवां दा अपना कीता कुछ नहीं हुंदा। लिखिया धुर संजोग, दुखी जीव दी अपनी कोई पेश नहीं जाती। पिछले कीते कर्मां अनुसार तुरों ही लेख लेखां दी लिखे लेखां दी बिदा बनती है। जिन्हां पुरखां ने सत संगत करके सारी उम्र भजन बंदगी कीती है, उन्हां ने गुणां दे बोहल ला लए हन। पर जिन्हां ने सारी उम्र दे विच कदे भी कोई चंगा गम नहीं कीता, सगों पराई निंदा चोरी यारी आदि विच लगाई है, ओ शरीर दे नास होण समय कहे कि मैं हुण सिमरन करके छुट जावां तां नहीं छुट सकदा। नहीं छुट सकदा साध संगत जी। भगत कबित सवैयां दे अंदर भाई गुरदास जी लिखदे ने जैसे घर लागे आग जाग कुआ खोदियो चाहे, कारज न सिद्ध होए रोए पछताइए। जैसे तो संग्राम समय सीखिया चाहे वीर विद्या, अनिथा उदम जैत पदवी न पाइए। जैसे निस सोवत संगाती चल जात पाछै, भोर पए भार बांड चले कत जाइए। तैसे माया धंद अंध अवध बिहाए जाए, अंत काल कैसे हर नाम लिव लाइए। जिवें सुते पिया
ਘਰ ਦੇ ਵਿੱਚ ਅੱਗ ਲੱਗਣ ਤੇ ਕੋਈ ਜਾਗ ਕੇ ਖੂਹ ਪਟਣਾ ਚਾਹੇ ਤਾਂ ਕਾਰਜ ਸਫਲ ਨਹੀਂ ਹੋ ਸਕਦਾ। ਸਗੋਂ ਰੋ ਕੇ ਪਛਤਾਉਣਾ ਪੈਂਦਾ। ਜਿਵੇਂ ਕੋਈ ਯੁੱਧ ਸਮੇਂ ਯੁੱਧ ਵਿਦਿਆ ਸਿੱਖਣੀ ਚਾਹੇ ਤਾਂ ਇਹ ਉਦਮ ਫਜ਼ੂਲ ਹੈ। ਇਉਂ ਜਿੱਤ ਦੀ ਪਦਵੀ ਨਹੀਂ ਪਾਈ ਜਾ ਸਕਦੀ ਕਿਸੇ ਯਾਤਰਾ ਦੇ ਸਮੇਂ। ਜਿਵੇਂ ਕਿਸੇ ਯਾਤਰਾ ਦੇ ਸਮੇਂ ਰਾਤ ਨੂੰ ਸੌਂ ਜਾਣ ਕਰਕੇ ਨਾਲ ਦੇ ਯਾਤਰੂ ਸਾਥੀ ਤੁਰ ਜਾਣ ਤਾਂ ਪਿੱਛੋਂ ਪ੍ਰਭਾਤ ਹੋਣ ਤੇ ਭਾਰ ਬੰਨ੍ਹ ਕੇ ਉਹ ਅਣਜਾਣ ਕਿੱਥੇ ਚੱਲ ਕੇ ਜਾਵੇਗਾ। ਇਸੇ ਤਰ੍ਹਾਂ ਅਗਿਆਨੀ ਪ੍ਰਾਣੀ ਦੀ ਮਾਇਆ ਦੇ ਧੰਦਿਆਂ ਵਿੱਚ ਉਮਰ ਬੀਤ ਜਾਂਦੀ ਹੈ ਤੇ ਮਾਇਆ ਗ੍ਰਸਤੀ ਸੁਰਤੀ ਵਾਲਾ ਪ੍ਰਾਣੀ ਅੰਤ ਕਾਲ ਕਿਵੇਂ ਹਰ ਨਾਮ ਵਿੱਚ ਲਿਵ ਲਾ ਸਕਦਾ ਹੈ। ਸੋ ਸਰੀਰ ਰੂਪ ਘਰ ਹੈ ਤੇ ਇਸ ਨੂੰ ਕਾਲ ਰੂਪ ਅੱਗ ਤੋਂ ਅਮਰ ਕਰਨ ਲਈ ਜੇ ਕੋਈ ਚਾਹੇ ਕਿ ਜਪ ਤਪ ਆਦਿਕ ਸਾਧਨਾ ਰੂਪ ਪਾਣੀ ਕੱਢ ਲਵੇ ਤਾਂ ਅਸੰਭਵ ਹੈ। ਇਸ ਲਈ ਪਹਿਲਾਂ ਹੀ ਸਿਮਰਨ ਵਿੱਚ ਜੁੜਨ ਦੀ ਆਗਿਆ ਹੈ। ਅੰਤ ਵੇਲੇ ਕੀਤਾ ਹੋਇਆ ਕੁਛ ਨਹੀਂ ਹੋਣਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਨਹੀਂ ਭਈ ਨਹੀਂ ਬਾਣੀ, ਭਜ ਲਹਿ ਰੇ ਮਨ ਸਾਰੰਗ ਬਾਣੀ। ਲਿਖਿਆ ਤੁਰ ਸੰਜੋਗ ਤੋਂ ਭਾਵ ਹੈ ਕਿ ਇਹਨਾਂ ਜੀਵਾਂ ਦਾ ਧੁਰ ਤੋਂ ਹੀ ਸੰਜੋਗ ਲਿਖਿਆ ਹੋਇਆ ਹੈ। ਦੁਖੀ ਜੀਵ ਦਾ ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ। ਸਰਬ ਜੀਆਂ ਸਿਰ ਲੇਖ ਧਰਾਹੂੰ, ਬਿਨ ਲੇਖੇ ਨਹੀਂ ਕੋਈ ਜੀਉ। ਮਹਾਰਾਜ ਭਗਤ ਸ਼ੇਖ ਫਰੀਦ ਜੀ ਕਹਿੰਦੇ ਨੇ, ਸਾਹੇ ਲਿਖੇ ਨਾ ਚੱਲਣੀ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ ਜਿੰਦ ਵਹੌਟੀ, ਮਰਨ ਵਰ ਲੈ ਜਾਸੀ ਪਰਨਾਏ। ਅਗਲੀ ਪੰਕਤੀ ਦੇ ਅੰਦਰ ਮਹਾਰਾਜ ਕਹਿੰਦੇ, ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ। ਹਾਂ ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਨੇ। ਵੱਡਿਆਂ ਭਾਗਾਂ ਕਰਕੇ ਮੇਰਾ ਪ੍ਰਭੂ ਮਿਲ ਜਾਵੇ, ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ ਤਾਂ ਸਾਰੇ ਦੁੱਖ ਉਤਰ ਜਾਂਦੇ ਨੇ। ਪੂਰਬਲੇ ਵੱਡੇ ਭਾਗ ਹੋਣ ਤਾਂ ਸਤ ਸੰਗਤ ਪ੍ਰਾਪਤ ਹੁੰਦੀ ਹੈ। ਜੇ ਤੁਸੀਂ ਸਤ ਸੰਗਤ ਦੇ ਵਿੱਚ ਅੱਜ ਬੈਠੇ ਹੋ ਤਾਂ ਪੂਰਬਲੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤ ਸੰਗਤ ਦੇ ਦੁਆਰਾ ਉਸ ਪਰਮਾਤਮਾ ਦੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਵਾਹਿਗੁਰੂ ਦੀ ਪ੍ਰਾਪਤੀ ਹੋਣ ਕਰਕੇ ਸਭ ਜਨਮਾਂ ਦੇ ਵਿਛੋੜੇ ਦੂਰ ਹੋ ਜਾਂਦੇ ਹਨ। ਸਾਰੇ ਜਨਮਾਂ ਦੇ ਵਿਛੋੜੇ ਦੂਰ ਹੋ ਜਾਂਦੇ ਨੇ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਕਉ ਪ੍ਰਭ ਰਾਖ ਲਿਹੋ, ਮੇਰੇ ਸਾਹਿਬ ਬੰਦੀ ਮੋਚ। ਨਾਨਕ ਕਉ ਪ੍ਰਭ ਰਾਖ ਲਿਹੋ, ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਕਹਿੰਦੇ ਨੇ ਕੈਦ ਤੋਂ ਛਡਾਉਣ ਵਾਲੇ ਨੂੰ। ਨਾਨਕ ਦੀ ਤਾਂ ਇਹੀ ਬੇਨਤੀ ਹੈ, ਹੇ ਮਾਇਆ ਦੇ ਬੰਧਨਾਂ ਤੋਂ ਛਡਾਉਣ ਵਾਲੇ ਮੇਰੇ ਮਾਲਕ, ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲੈ। ਗੁਰੂ ਜੀ ਕਥਨ ਕਰਦੇ ਨੇ, ਇੰਜ ਬੇਨਤੀ ਕਰੋ। ਸਾਨੂੰ ਸਮਝਾ ਰਹੇ ਨੇ, ਕਹਿੰਦੇ ਭਾਈ ਇੰਜ ਬੇਨਤੀ ਕਰੋ ਕਿ ਹੇ ਮੇਰੇ ਸਾਹਿਬ, ਹੇ ਗੁਰੂ ਨਾਨਕ, ਜਿਵੇਂ ਆਪ ਨੇ ਏਮਨਾਬਾਦ ਵਿੱਚ ਬਾਬਰ ਦੀ ਜੇਲ੍ਹ ਦੇ ਵਿੱਚੋਂ ਕੈਦੀ ਛੁਡਵਾਏ ਸਨ, ਫਿਰ 6ਵੇਂ ਸਰੂਪ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਛੁਡਵਾਏ ਸਨ, 10ਵੇਂ ਸਰੂਪ ਦੇ ਵਿੱਚ ਬਹਾਦਰ ਸ਼ਾਹ ਦੀ ਜਿੱਤ ਕਰਾ ਕੇ ਤਖਤ ਤੇ ਬਿਠਾ ਦਿੱਤਾ ਸੀ। ਔਰੰਗਜ਼ੇਬ ਦੇ ਕੈਦ ਕੀਤੇ ਹੋਏ ਸਾਰੇ ਕੈਦੀ ਰਿਹਾ ਕਰਵਾਏ ਸਨ। ਜਿਵੇਂ ਆਪ ਜੀ ਨੇ ਸੱਚਖੰਡ ਗਮਨ ਤੋਂ 30 ਸਾਲਾਂ ਬਾਅਦ ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਰੁਸਤਮ ਰਾਓ ਤੇ ਬਾਲਾ ਰਾਓ ਛੁਡਵਾਏ ਸਨ, ਆਪ ਜੀ ਨੇ ਜਿਵੇਂ ਮਾਤਾ ਦੇ ਗਰਭ ਰੂਪ ਬੰਦੀਖਾਨੇ ਵਿੱਚੋਂ ਛੁਡਵਾਇਆ ਏ, ਇਵੇਂ ਹੀ ਮਾਇਆ ਦੇ ਬੰਦੀਖਾਨੇ ਤੋਂ ਛੁਡਵਾ ਸਾਡੀ ਰੱਖਿਆ ਕਰੋ। 84 ਲੱਖ ਜੂਨਾਂ ਦੇ
ਬੰਦੀ ਖਾਨੇ ਤੋਂ ਛਡਾਉਣਾ ਕਰੋ ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ, ਆਪਣੇ ਬਣਾ ਕੇ ਰੱਖੋ ਜੀ। ਕਤਕ ਹੋਵੈ ਸਾਧ ਸੰਗ ਬਿਨਸੈ, ਸਭੇ ਸੋਚ ਬਿਨਸੇ ਤੋਂ ਭਾਵ ਨਾਸ। ਹੋ ਜਾਂਦੇ ਨੇ ਸੋਚ ਤੋਂ ਭਾਵ ਫਿਕਰ ਕਤਕ ਹੋਵੈ ਸਾਧ ਸੰਗ। ਕਤਕ ਦੀ ਸਵਾਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਂਦੀ ਹੈ, ਉਹਨਾਂ ਦੇ ਵਿਛੋੜੇ ਚਿੰਤਾ ਝੋਰੇ ਸਾਧ ਸੰਗਤ ਜੀ ਮੁੱਕ ਜਾਂਦੇ ਹਨ। ਕਤਕ ਦੇ ਮਹੀਨੇ ਦੁਆਰਾ ਮਹਾਰਾਜ ਕਥਨ ਕਰਦੇ ਨੇ ਕਿ ਜੇ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ ਤਾਂ ਸਾਰੀਆਂ ਸੋਚਾਂ ਨਾਸ ਹੋ ਜਾਂਦੀਆਂ। ਕੇਵਲ ਸਾਧ ਸੰਗਤ ਹੀ ਹੈ ਜਿੱਥੋਂ ਪਰਮੇਸ਼ਰ ਦੀ ਪ੍ਰੇਮਾ ਭਗਤੀ, ਭਾਣਾ ਮੰਨਣਾ ਤੇ ਨਿਰਮੀ ਭੂਤ ਰਹਿਣਾ, ਪਾਰਬੱਧ ਅਨੁਸਾਰ ਜੋ ਪ੍ਰਾਪਤ ਹੋਵੇ ਉਸ ਵਿੱਚ ਸੰਤੋਖੀ ਰਹਿਣਾ ਆਦਿਕ ਸ਼ੁਭ ਗੁਣ ਪ੍ਰਾਪਤ ਕਰੀਦੇ ਹਨ, ਜਿਨ੍ਹਾਂ ਦੇ ਧਾਰਨ ਕਰਨ ਨਾਲ ਹਰ ਕਿਸਮ ਦੀ ਸੋਚ ਫਿਕਰ ਨਾਸ ਹੋ ਜਾਂਦੇ ਨੇ। ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਵੀ ਸਾਧ ਸੰਗਤ ਦੀ ਬਖਸ਼ਿਸ਼ ਕਰਨ। ਕਿਰਪਾ ਕਰੈ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ, ਤਿਉਂ ਤਿਉਂ ਹਰਿ ਸਿਉ ਰੰਗ। ਸਾਧ ਸੰਗਤ ਬਿਨਾ ਭਉ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਾਧ ਸਤ ਸੰਗਤ ਸਾਧ ਪਾਈ ਵਡਭਾਗੀ, ਮਨ ਚਲਤੋ ਭਇਓ ਆਰੂੜਾ। ਸਾਧ ਸੰਗ ਪ੍ਰਭ ਦੇਹ ਨਿਵਾਸਾ, ਸਰਬ ਸੂਖ ਨਾਨਕ ਪ੍ਰਗਾਸਾ। ਕਿਰਪਾ ਕਰਨ ਮਹਾਰਾਜ, ਰਹਿਮਤ ਕਰਨ, ਬਖਸ਼ਿਸ਼ ਕਰਨ। ਕਤਕ ਦੀ ਸਵਾਦਲੀ ਠੰਡੀ ਮਿੱਠੀ ਰੁੱਤ ਦੇ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ, ਉਹਨਾਂ ਦੇ ਵਿਛੋੜੇ ਵਾਲੇ ਸਾਰੇ ਚਿੰਤਾ ਝੋਰੇ ਸਾਧ ਸੰਗਤ ਜੀ ਮੁੱਕ ਜਾਂਦੇ ਹਨ। ਇਹ ਅਟਲ ਸੱਚਾਈ ਹੈ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸਨ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਆਖਰੀ ਵਿਚਾਰ, ਸ਼ਬਦ ਅਰਥ। ਬਾਣੀ ਪੜ੍ਹਦਿਆਂ ਕਥਾ ਵਿਚਾਰ ਕਰਦਿਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਗੱਜ ਕੇ ਫਤਿਹ ਬੁਲਾਓ ਜੀ। ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।